ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਭਲਕੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ, ਹੱਲ ਨਾ ਨਿਕਲਣ ਤੇ ਕਿਸਾਨ 6 ਮਾਰਚ ਨੂੰ ਕਰਨਗੇ ਟਰੈਕਟਰ ਮਾਰਚ। ਠੰਡ 'ਚ ਵੀ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਕਿਸਾਨ। ਇੱਕ ਹੋਰ ਕਿਸਾਨ ਚੜਿਆ ਕਿਸਾਨ ਅੰਦੋਲਨ ਦੀ ਭੇਂਟ। ਟਿੱਕਰੀ ਬਾਰਡਰ ਤੇ 18 ਸਾਲਾ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਮ੍ਰਿਤਕ ਨੌਜਵਾਨ ਬਠਿੰਡਾ ਦਾ ਸੀ ਵਾਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਰਾਜਪਾਲ 'ਚ ਵਧੀ ਤਲਖੀ। ਮੁੱਖ ਮੰਤਰੀ ਕੈਪਟਨ ਨੇ ਰਾਜਪਾਲ ਨੂੰ ਕਿਹਾ, ਜੇਕਰ ਅਮਨ ਸ਼ਾਂਤੀ ਨਾਲ ਕੋਈ ਸਪਸ਼ਟੀਕਰਨ ਚਾਹੁੰਦੇ ਹੋ ਤਾਂ ਮੇਰੇ ਨਾਲ ਕਰੋ ਗੱਲ। नब्बे साला साबका कैबिनेट मंत्री ते कांग्रेसी आगू बाल मुकंद शर्मा का देहांत। पीजीआई दे विच दाखल सन बाल मुकंद शर्मा। 4 जनवरी तक निवास स्थान ते कीते जा सकणगे अंतिम दर्शन। फिरोजपुर च कीता जावेगा अंतिम संस्कार। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਤੇ ਸੂਬਾ ਸਰਕਾਰ ਦੁਆਰਾ ਕਰੋਨਾ ਖਿਲਾਫ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦੀ। ਕਰੋਨਾ ਵੈਕਸੀਨ ਨੂੰ ਲੈ ਕੇ ਡਰਾਈ ਰਨ ਚਲਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਵੀ ਇਸ ਦਾ ਟੈਸਟ ਕੀਤਾ ਗਿਆ। ਇਸ ਮੌਕੇ ਵੈਕਸੀਨ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਡਰਾਈ ਰਨ ਨਾਲ ਵੈਕਸੀਨ ਦਾ ਕੰਮ ਬੇਹੱਦ ਆਰਾਮ ਦੇ ਨਾਲ ਪੂਰਾ ਹੋ ਸਕਦਾ ਹੈ। ਉਧਰ ਹੀ ਮੁਹਾਲੀ ਵਿਖੇ ਵੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ 10 ਜਨਵਰੀ ਨੂੰ ਸੂਬੇ ਦੇ ਵਿੱਚ ਕਰੋਨਾ ਵੈਕਸੀਨ ਦੀ ਅਗਲੀ ਡੋਜ਼ ਪਹੁੰਚਾਈ ਜਾਵੇਗੀ। ਉਹਨਾਂ ਦੱਸਿਆ ਕਿ 1.5 ਲੱਖ ਹੈਲਥ ਵਰਕਰਾਂ ਦਾ ਟੀਕਾਕਰਨ ਹੋ ਚੁੱਕਾ ਹੈ ਤੇ ਹੁਣ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਟੀਕੇ ਲਗਾਏ ਜਾਣਗੇ। ਬਲਵੀਰ ਸਿੰਘ ਸਿੱਧੂ ਨੇ ਇੱਥੇ ਦਰਜਨ ਤੋਂ ਵੱਧ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨੇ ਕਰੋਨਾ ਬਾਰੇ ਵੀ ਜਾਣਕਾਰੀ ਦਿੱਤੀ। ਅਸੀਂ 3 ਸਾਲ ਉਹਨਾਂ ਨੂੰ ਉਡੀਕਿਆ ਕਿ ਭਾਈ ਕੰਮ ਕਰਾਓ ਸ਼ਹਿਰ ਦੇ, ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ। ਅਸੀਂ ਅੱਜ ਜਿੰਨੀਆਂ ਤਰੁੱਟੀਆਂ ਸ਼ਹਿਰ ਦੀਆਂ ਸਾਰੀਆਂ ਉਹਦੇ ਵਾਸਤੇ ਬਕਾਇਦਾ, ਪਹਿਲੇ ਗੱਲ ਤਾਂ ਪੈਸਿਆਂ ਦੀ ਸੀ, ਪੈਸਿਆਂ ਵਾਸਤੇ ਨਾ ਉਹਨੇ ਜਦੋਜਹਿਦ ਕੀਤੀ। ਮੈਂ ਪਹਿਲੀ ਵਾਰ ਕਮਾਡਾ ਦੇ ਕੋਲ ਗਿਆ, 25 ਕਰੋੜ ਰੁਪਏ ਦਾ ਚੈੱਕ ਉਹਨਾਂ ਕੋਲ ਲਿਆ ਤੇ 25 ਕਰੋੜ ਹੀ ਹੋਰ 31 ਮਾਰਚ ਤੋਂ ਪਹਿਲਾਂ ਲੈਣਾ ਹੈ ਤੇ 20 ਕਰੋੜ ਸੀਐਮ ਸਾਹਿਬ ਨੇ ਦਿੱਤਾ ਮੋਹਾਲੀ ਵਾਸਤੇ ਤੇ 45 20 65 ਕਰੋੜ ਰੁਪਇਆ ਜਿਹੜਾ ਜਾਣੀ ਕਿ ਇੱਕ 6 ਮਹੀਨਿਆਂ ਦੇ ਅੰਦਰ ਇਸ ਆਪਣੇ ਸ਼ਹਿਰ ਵਾਸਤੇ ਆਉਣਾ ਹੈ। ਬਾਕੀ ਅਸੀਂ 100 ਕਰੋੜ ਦੇ ਕੰਮ ਜਿਹੜੇ ਸ਼ਹਿਰ ਦੇ ਵਿੱਚ ਇਸ ਡਿਵੈਲਪਮੈਂਟ ਦੇ ਚੱਲ ਰਹੇ ਨੇ ਜਾਂ ਸ਼ੁਰੂ ਹੋਣ ਜਾ ਰਹੇ ਨੇ। ਸਾਡੇ ਚੰਡੀਗੜ੍ਹ 'ਚ GMC 16 'ਚ ਸਾਡਾ ਇੱਕ COVID-19 ਵੈਕਸੀਨੇਸ਼ਨ ਸੈਂਟਰ ਜਿਹੜਾ ਹੈਗਾ ਇਹ ਇੱਥੇ ਇਸਟੈਬਲਿਸ਼ ਕੀਤਾ ਗਿਆ ਹੈ ਔਰ ਇੱਥੇ ਅਸੀਂ ਅੱਜ ਜਿਹੜਾ ਬੇਸਿਕਲੀ ਅਸੀਂ ਡਰਾਈ ਰਨ ਦਾ ਜੋ ਪ੍ਰੋਸੀਜਰਸ ਹੈ, ਪ੍ਰੋਟੋਕੋਲਸ ਹੈ ਗਵਰਨਮੈਂਟ ਆਫ ਇੰਡੀਆ ਨੇ ਦਿੱਤੀਆਂ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰਾ ਕੁਝ ਸਟੈਪਸ ਫੋਲੋ ਕੀਤੇ ਸਵੇਰੇ ਐਂਡ ਉਹੀ ਪ੍ਰੋਸੈਸ ਚੱਲ ਰਿਹਾ ਹੈਗਾ। ਸੋ ਇਹਦੇ 'ਚ ਕੀ ਹੈ ਕਿ ਇਹ ਪਹਿਲੀ ਵਾਰ ਇੱਦਾਂ ਹੋ ਰਿਹਾ ਹੈ ਕਿ ਜਿਹੜਾ ਵੈਕਸੀਨੇਸ਼ਨ ਹੈਗੀ ਹੈ ਉਹ ਡਿਜੀਟਲ ਪਲੈਟਫਾਰਮ ਦੇ ਥਰੂ ਉਹਦੇ ਹੈਲਪ ਦੇ ਨਾਲ ਅਸੀਂ ਵੈਕਸੀਨੇਸ਼ਨ ਕਰਨ ਲੱਗੇ ਹਾਂ। ਇਹਦੇ 'ਚ ਸਾਡਾ ਜਿਹੜਾ ਵੀ ਬੈਨੀਫਿਸ਼ਰੀ ਉਹ ਪ੍ਰੀ ਰਜਿਸਟਰਡ ਹੋਏਗਾ। ਸਭ ਤੋਂ ਪਹਿਲਾਂ ਅਸੀਂ ਹੈਲਥ ਕੇਅਰ ਵਰਕਰਸ ਨੂੰ ਵੈਕਸੀਨ ਲਗਾਉਣਾ ਹੈਗਾ। ਤਾਂ ਉਹਨਾਂ ਨੇ ਸਾਰੇ ਹੈਲਥ ਕੇਅਰ ਵਰਕਰਸ ਚੰਡੀਗੜ੍ਹ ਦੇ ਜਿਹੜੇ ਹੈਗੇ ਆ ਜਿਹੜੇ ਬੈਨੀਫਿਸ਼ਰੀਜ਼ ਹੈ ਉਹਨਾਂ ਨੂੰ ਰਜਿਸਟਰ ਕਰ ਲਿਆ ਗਿਆ। ਕੁਝ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਵੈਕਸੀਨੇਸ਼ਨ ਹੈ 21 ਡੇਜ਼ ਤੱਕ ਜਿਹੜਾ ਇਸ ਦਾ ਜੋ ਹੈ ਲੱਗੇਗਾ। ਹਾਂਜੀ, ਉਹਦੀ ਨੈਕਸਟ ਡੋਜ਼ ਲੱਗਣੀ ਹੈ ਤਾਂ ਦੇਰ ਇਜ਼ ਟਾਈਮ ਲਿਮਿਟ। ਆਈ ਥਿੰਕ ਦੇ ਸੇ ਕਿ ਇਟਸ 1 ਮੰਥ ਔਰ ਹੋ ਤਾਂ ਅੱਗੇ ਪਿੱਛੇ ਵੀ ਹੋ ਸਕਦੀ। ਤਾਂ ਗਵਰਨਮੈਂਟ ਹੈ ਟੂ ਡਿਸਾਈਡ ਕਿ ਫਾਈਨਲੀ ਕਰਨਾ ਹੈ ਕਿ ਨੈਕਸਟ ਡੋਜ਼ ਕਿੰਨੇ ਵਜੇ, ਕਿਉਂਕਿ ਜਿਹੜਾ ਕਿਹੜਾ ਵੈਕਸੀਨ ਆ ਰਿਹਾ ਉਹਦੇ 'ਤੇ ਵੀ ਡਿਪੈਂਡ ਕਰਦਾ। ਬਟ 1 ਮਹੀਨੇ ਬਾਅਦ ਦੁਬਾਰਾ ਡੋਜ਼ 2 ਡੋਜ਼ਸ ਦੀ ਵੈਕਸੀਨ ਹੈਗੀ ਹੈ ਸੋ 2 ਡੋਜ਼ ਦੂਸਰੀ ਡੋਜ਼ ਲੱਗੇਗੀ ਜੀ। ਕਰੋਨਾ ਵੈਕਸੀਨ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਇਸ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਵੈਕਸੀਨ ਲਈ ਹਸਪਤਾਲ ਦੇ ਵਿੱਚ ਹੀ 3 ਬੂਥ ਬਣਾਏ ਗਏ ਨੇ। ਟੀਕਾਕਰਨ ਦੀ ਵੀ ਸਾਰੀ ਵਿਵਸਥਾ ਪੂਰੀ ਕਰ ਲਈ ਗਈ ਹੈ। ਪਹਿਲੇ ਪੜਾਅ ਦੇ ਵਿੱਚ ਸਿਹਤ ਮੁਲਾਜ਼ਮਾਂ ਨੂੰ ਟੀਕਾ ਲਗਾਇਆ ਜਾਏਗਾ। 8500 ਮੁਲਾਜ਼ਮਾਂ ਨੂੰ ਇਹ ਟੀਕਾਕਰਨ ਕੀਤਾ ਜਾਵੇਗਾ। ਸਿਵਲ ਸਰਜਨ ਬਠਿੰਡਾ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵੈਕਸੀਨ ਅਜੇ ਦੇਖੋ ਅਪਰੂਵਲ DGC ਨੇ ਜਿਹੜੀ ਹੈਗੀ ਆਪਣੀ ਦਿੰਦੀ ਰੈਗੂਲੇਸ਼ਨ। ਸਾਡਾ ਜੋ ਪ੍ਰੋਜੈਕਟ ਚੱਲ ਰਿਹਾ ਇਸ ਵੇਲੇ
ਅਸੀਂ ਉਹਦੀ ਪ੍ਰੀਪੇਅਰਨੈਸ ਆਲਮੋਸਟ ਇਹ ਕਰ ਰਹੇ ਹਾਂ ਵੀ ਸਾਡੀ ਵੈਕਸੀਨ ਜਿਸ ਦਿਨ ਵੀ ਰਿਲੀਜ਼ ਹੋ ਜੇ ਆਲਮੋਸਟ ਕਿਸੇ ਵੇਲੇ ਵੀ ਯੈਸ ਹੋ ਜਾਂਦੀ ਹੈ, ਅਪਰੂਵਲ ਆ ਜਾਂਦੀ ਹੈ। ਉਹਦੇ ਵਾਸਤੇ ਸਟੇਟ ਵਿੱਚ ਡਰਾਈ ਰਨ ਚੱਲ ਰਹੇ ਨੇ। ਅੱਜ ਜਿਵੇਂ ਪਟਿਆਲੇ ਹੈਗਾ, ਪਹਿਲਾਂ 2 ਜ਼ਿਲ੍ਹਿਆਂ 'ਚ ਹੋਰ ਹੋ ਚੁੱਕਿਆ ਹੈਗਾ, ਤੇ ਅਸੀਂ ਆਪਦੀਆਂ ਬਲਾਕ ਲੈਵਲ ਦੀਆਂ ਮੀਟਿੰਗਾਂ ਕਰ ਲਈਆਂ ਤੇ ਹੁਣ ਉਹਨਾਂ ਨੂੰ ਸਾਰਿਆਂ ਨੂੰ ਇੰਸਟਰਕਸ਼ਨਾਂ ਪਾਸ ਕਰਤੀਆਂ ਵੀ ਤੁਸੀਂ ਆਪਦੇ ਉਸ ਤਰ੍ਹਾਂ ਸੈਟਅਪ ਬਣਾਉਣੇ ਨੇ। ਜਿੱਥੇ ਜਿੱਥੇ ਸਾਡੇ ਲੱਗਣੇ ਆਲਮੋਸਟ 12 ਸਪੌਟਸ ਅਸੀਂ ਆਇਡੈਂਟੀਫਾਈ ਕੀਤੇ ਨੇ ਕਿ ਉੱਥੇ ਵੈਕਸੀਨ ਲੱਗੂਗੀ। ਪਹਿਲਾਂ ਜੋ ਹੈਗੇ ਹੈਲਥ ਵਰਕਰਸ ਨੂੰ ਵੈਕਸੀਨ ਲੱਗੇਗੀ, ਉਸ ਤੋਂ ਬਾਅਦ ਜਿਹੜੇ ਫਰੰਟ ਲਾਈਨ ਵਰਕਰਸ ਨੇ, ਪੁਲਿਸ ਦੇ ਆ ਗਏ, ਸਫਾਈ ਸੇਵਕ ਆ ਗਏ, ਉਹਨਾਂ ਨੂੰ ਲੱਗੂਗੀ। ਫਿਰ ਤੀਜੇ ਫੇਜ਼ 'ਚ ਜਾ ਕੇ ਜੋ ਗਵਰਨਮੈਂਟ ਸੈਕਸ਼ਨ ਨੇ ਵੀ ਜਿਸ ਤਰ੍ਹਾਂ ਦੀਆਂ ਉਹਦੀਆਂ ਡਿਟੇਲਸ ਨਹੀਂ ਆਈਆਂ ਵੀ ਕਿਹੜੇ ਬੰਦਿਆਂ ਨੂੰ 65 ਅਬਵ ਨੂੰ ਲਾਉਂਦੇ ਨੇ, ਜੋ ਵੀ ਉਹਨਾਂ ਨੂੰ ਬੰਦਿਆਂ ਨੂੰ ਜਿਸ ਤਰ੍ਹਾਂ ਇੰਸਟਰਕਸ਼ਨਸ ਆਉਣਗੀਆਂ। ਬੀਜੇਪੀ ਆਗੂ ਤੀਕਸ਼ਣ ਸੂਦ ਨੂੰ ਮਿਲਣ ਦੇ ਲਈ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ। ਬੀਜੇਪੀ ਪੰਜਾਬ ਪ੍ਰਧਾਨ ਨੇ ਇਸ ਮੌਕੇ ਤੀਕਸ਼ਣ ਸੂਦ ਤੋਂ ਸਾਰੀ ਜਾਣਕਾਰੀ ਲਈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਪੰਜਾਬ ਪੁਲਿਸ ਤੇ ਵੀ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਹੈ ਕਿ ਡੀਐਸਪੀ ਨੂੰ ਇਸ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਆਰੋਪੀਆਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸ਼ਰਮਾ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਬੀਜੇਪੀ ਵੱਲੋਂ ਇਸ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਫੌਰੀ ਤੌਰ ਤੇ ਮੌਜੂਦ ਜਿਹੜਾ ਡੀਐਸਪੀ ਸੀ ਉਹਦੀ ਬਰਖਾਸਤੀ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਖਿਲਾਫ ਪਰਚਾ ਦਾਖਲ ਕਰਨ ਨਾਲ ਗੱਲ ਨਹੀਂ ਬਣਨੀ। ਦੋਸ਼ੀਆਂ ਨੂੰ ਪਕੜਿਆ ਜਾਣਾ ਚਾਹੀਦਾ ਹੈ ਔਰ ਪਰਚਾ ਵੀ ਕੋਈ ਇਹ ਨਹੀਂ ਹੈ ਕਿ ਰਸਮ ਅਦਾਇਗੀ ਕਰਦੇ ਹੋ ਤੁਸੀਂ ਕਿ ਲੈ ਜੀ ਐਪਲੀਕੇਸ਼ਨ ਆਈ ਹੈ, ਪਰਚਾ ਦਾਖਲ ਕਰ ਲਿਆ ਔਰ ਦੋਸ਼ੀਆਂ ਨੂੰ ਫੜੋਗੇ ਨਹੀਂ। ਹਾਲਤ ਇਹ ਹੈ ਕਿ ਪੁਲਿਸ ਨੂੰ ਪਕੜ ਕੇ ਫੜਾਏ ਤੇ ਪੁਲਿਸ ਨੇ ਦੌੜਾਏ ਤੇ ਫਿਰ ਅਮਰਿੰਦਰ ਕਹਿੰਦਾ ਜੀ ਕਿ ਬੀਜੇਪੀ ਵਾਲੇ ਐਵੇਂ ਰੋਲਾ ਪਾਈ ਜਾਂਦੇ ਨੇ। ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਬੜੀ ਵਧੀਆ। ਮੁੱਖ ਮੰਤਰੀ ਜੀ ਅਗਰ ਇਦਾਂ ਦੀ ਕਾਨੂੰਨ ਵਿਵਸਥਾ ਹੈ ਤੇ ਰਾਮ ਹੀ ਰਾਖਾ ਪੰਜਾਬ ਦਾ, ਰੱਬ ਹੀ ਰਾਖਾ। ਵਾਹਿਗੁਰੂ ਮਿਹਰ ਕਰੇ। ਤੁਹਾਨੂੰ ਪਤਾ ਨਹੀਂ ਕਦੋਂ ਇਸ ਸਰਕਾਰ ਨੂੰ ਸਦਬੁੱਧੀ ਆਣੀ ਹੈ। ਪੰਜਾਬ ਦੇ ਅੰਦਰ ਜਿਸ ਪ੍ਰਕਾਰ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ, ਜਿਸ ਪ੍ਰਕਾਰ ਭਾਈਚਾਰੇ ਤੇ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੁਝ ਸ਼ਰਾਰਤੀ ਲੋਕ ਕਰ ਰਹੇ ਨੇ, ਕਿਸ ਪ੍ਰਕਾਰ ਕਿਸਾਨਾਂ ਦੀ ਆੜ ਦੇ ਅੰਦਰ ਘਰ ਦੀ ਪ੍ਰਾਪਰਟੀ ਨੂੰ ਜਿਹੜਾ ਹੈ, ਇਹ ਕੋਈ ਤਰੀਕਾ? ਟਰੈਲੀ ਲਿਆਓ ਤੇ ਅੰਦਰ ਆ ਕੇ ਵੜ ਜਾਏ। ਉਹ ਟਰੈਲੀ ਆ ਕਿੱਦਾਂ ਗਈ ਗਲੀ 'ਚੋਂ? ਪੁਲਿਸ ਦਾ ਮਤਲਬ ਨਾਲ ਲੈ ਕੇ ਆਈ ਹੈ। ਬਾਜ ਆ ਜਾਓ। ਔਰ ਇਹ ਨਾ ਹੋਇਓ ਕਿ ਇਹ ਪ੍ਰੈਸ ਕਾਨਫਰੰਸ ਨਹੀਂ ਹੈ, ਇਹ ਤੁਹਾਨੂੰ ਚੇਤਾਵਨੀ ਹੈ ਕਿ ਪਰਚਾ ਦਾਖਲ ਵੀ ਕਰੋ, ਜਿਹੜੇ ਦੋਸ਼ੀ ਹੈ ਗ੍ਰਿਫਤਾਰ ਵੀ ਕਰੋ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵਿਚਾਲੇ ਸ਼ਬਦੀ ਤਲਖੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜਪਾਲ ਅਫਸਰਾਂ ਨੂੰ ਸੰਮਨ ਨਾ ਭੇਜਣ ਤੇ ਮੈਨੂੰ ਸੰਮਨ ਭੇਜਣ। ਰਾਜਪਾਲ ਨੇ ਭਾਜਪਾ ਦੇ ਅੱਗੇ ਝੁਕਣ ਦੇ ਇਲਜ਼ਾਮ ਵੀ ਲਗਾਏ ਨੇ ਕੈਪਟਨ ਨੇ। ਉਹਨਾਂ ਕਿਹਾ ਹੈ ਕਿ ਨੁਕਸਾਨੇ ਗਏ ਟਾਵਰਾਂ ਦੀ ਮੁਰੰਮਤ ਹੋ ਸਕਦੀ ਹੈ। ਕੈਪਟਨ ਨੇ ਕਿਸਾਨ ਅੰਦੋਲਨ ਦੀ ਭੇਂਟ ਚੜੇ ਕਿਸਾਨ ਵਾਪਸ ਨਹੀਂ ਆ ਸਕਦੇ। ਉਹਨਾਂ ਕਿਹਾ ਹੈ ਕਿ ਟਾਵਰਾਂ ਦੀ ਮੁਰੰਮਤ ਤਾਂ ਕੀਤੀ ਜਾ ਸਕਦੀ ਹੈ ਪਰ ਜੋ ਕਿਸਾਨ ਅੰਦੋਲਨ ਦੀ ਭੇਂਟ ਚੜ ਗਏ ਨੇ ਉਹ ਵਾਪਸ ਨਹੀਂ ਆ ਸਕਦੇ। ਸੋ ਬੀਜੇਪੀ ਆਗੂਆਂ ਦੇ ਖਿਲਾਫ ਕਿਸਾਨਾਂ ਵੱਲੋਂ ਕੀਤੀ ਗਈ ਕਾਰਵਾਈ ਦੇ ਮਾਮਲੇ ਦੇ ਵਿੱਚ ਰਾਜਪਾਲ ਵੱਲੋਂ ਇਸ ਮਾਮਲੇ ਦੇ ਉੱਪਰ ਕਾਰਵਾਈ ਦੀ ਗੱਲ ਕੀਤੀ ਗਈ ਹੈ ਤੇ ਕੈਪਟਨ ਨੇ ਇਸ ਮਾਮਲੇ 'ਚ ਕਿਹਾ ਹੈ ਕਿ ਉਹ ਰਾਜਪਾਲ ਮੈਨੂੰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਸੰਮਨ ਭੇਜਣ ਤਾਂ ਉਹ ਇਸ ਸੰਬੰਧੀ ਕਾਨੂੰਨ ਵਿਵਸਥਾ ਦੇ ਸੰਬੰਧ ਦੇ ਵਿੱਚ ਰਾਜਪਾਲ ਨੂੰ ਜ਼ਰੂਰ ਸਪਸ਼ਟੀਕਰਨ ਦੇਣਗੇ। ਸੋ ਇਸ ਮਾਮਲੇ ਦੇ ਵਿੱਚ ਉਹਨਾਂ ਇਲਜ਼ਾਮ ਲਗਾਏ ਨੇ ਕਿ ਰਾਜਪਾਲ ਬੀਜੇਪੀ ਦੇ ਪ੍ਰੋਪੋਗੰਡੇ ਅੱਗੇ ਝੁਕਦੇ ਹੋਏ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਸ਼ਬਦੀ ਜੰਗ ਸਾਹਮਣੇ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਰਾਜਪਾਲ ਵਿਚਾਲੇ। ਇੱਕ ਪਾਸੇ ਬੀਜੇਪੀ ਆਗੂਆਂ ਵੱਲੋਂ ਪ੍ਰਦਰਸ਼ਨ ਦਾ ਰਾਹ ਚੁਣਿਆ ਗਿਆ ਹੈ, ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਡਾ ਵੱਲੋਂ ਬੀਜੇਪੀ ਦੇ 3 ਆਗੂਆਂ ਨੂੰ ਨੋਟਿਸ ਭੇਜਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਘਵ ਚੱਡਾ ਨੇ ਦੱਸਿਆ ਕਿ ਉਹਨਾਂ ਵੱਲੋਂ ਬੀਜੇਪੀ ਦੇ ਨੈਸ਼ਨਲ ਜਨਰਲ ਸੈਕਟਰੀ ਰਾਮ ਮਾਧਵ, ਗੁਜਰਾਤ ਦੇ ਡਿਪਟੀ ਚੀਫ ਮਿਨਿਸਟਰ ਨਿਤਿਨ ਪਟੇਲ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਖਿਲਾਫ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ। ਉਹਨਾਂ ਨੇ ਇਹਨਾਂ ਆਗੂਆਂ ਤੇ ਇਲਜ਼ਾਮ ਲਗਾਏ ਨੇ ਕਿ ਆਗੂਆਂ ਵੱਲੋਂ ਘਰ ਬੈਠੇ ਹੀ ਕਿਸਾਨਾਂ ਦੇ ਪ੍ਰਤੀ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਚੀਨ ਤੇ ਪਾਕਿਸਤਾਨ ਵੱਲੋਂ ਫੰਡ ਆਉਂਦਾ ਹੈ, ਜਿਸ ਦੀ ਉਹਨਾਂ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਮਾਨਹਾਨੀ ਦੇ ਮਾਮਲੇ ਵਿੱਚ 3 ਆਗੂਆਂ ਨੂੰ ਨੋਟਿਸ ਭੇਜਿਆ ਹੈ। मैं इस आंदोलन को तो राजनीति से नहीं देखता,
लेकिन जहाँ तक आपने पॉलिटिकल पार्टियों की बात करी, कैप्टन साहब के बारे में तो मैंने बताया कि वो तो सबसे बड़े, मैं कहूँ, टेक्स्ट बुक एग्जाम्पल ऑफ डबल स्पीक, डबल स्टैंडर्ड्स निकले। वो चाहते तो अगस्त 2019 में आगाह कर सकते थे देश को, बल्कि उन्होंने तो अपनी सहमति दे डाली इन 3 काले कानूनों के बनाने के हक में। और जहाँ तक बाकी पार्टियों का सवाल है पंजाब की, बीजेपी का तो सुपड़ा साफ है, लोग नफरत करते हैं। आज देश का किसान 1.5 महीने से लगभग, अब तो 1.5 महीना होने को जा रहा है, सिंगू बॉर्डर पे बैठा है, टीकरी बॉर्डर पे बैठा है, इस खुले आसमान में 1 डिग्री टेम्परेचर में। अभी सुनने में आ रहा है वहाँ बारिश भी हो रही है, बारिश में बैठा है किसान, इतनी ठंड। ਸ਼੍ਰੋਮਣੀ ਅਕਾਲੀ ਦਲ ਨੇ ਤਲਵੰਡੀ ਸਾਬੋ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾਂਜਲੀ ਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਵਿੱਚ ਸਮੁੱਚੀ ਅਕਾਲੀ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੀਆਂ ਕੁਰਬਾਨੀਆਂ ਦੇ ਕਾਰਨ ਸੰਘਰਸ਼ ਹੋਰ ਤੇਜ਼ ਹੋਵੇਗਾ ਤੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਸ਼ਹੀਦੀ ਸਮਾਗਮ, ਸ਼ਰਧਾਂਜਲੀ ਸਮਾਗਮ ਰੱਖਿਆ। 4 ਤਰੀਕ ਨੂੰ ਭੋਗ ਪੈਣੇ ਨੇ। ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਵਿਖੇ। ਪਰ ਮੈਂ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਜੋ ਸੰਤਾਂ ਮਹਾਂਪੁਰਖਾਂ ਨੇ, ਬਜ਼ੁਰਗਾਂ ਨੇ, ਬੱਚਿਆਂ ਨੇ, ਮਾਈਆਂ ਨੇ ਇੱਕ ਸ਼ਹਾਦਤ ਦੇ ਰੂਪ ਦੇ ਵਿੱਚ ਖੂਨ ਡੋਲਿਆ, ਇਹ ਲਾਜ਼ਮੀ ਤੌਰ 'ਤੇ ਰੰਗ ਲੈ ਕੇ ਆਏਗਾ ਔਰ ਇਹ ਸੰਘਰਸ਼ ਦੀ ਸਫਲਤਾ ਦੀਆਂ ਨਿਸ਼ਾਨੀਆਂ ਨੇ। ਇਹ ਸੰਘਰਸ਼ ਹੁਣ ਆਮ ਲੋਕਾਂ ਦਾ ਸੰਘਰਸ਼ ਬਣ ਗਿਆ, ਆਵਾਮ ਦਾ ਸੰਘਰਸ਼ ਬਣ ਗਿਆ। ਇਹ ਸੰਘਰਸ਼ ਲੋਕਾਂ ਦੀ ਆਵਾਜ਼ ਬਣ ਗਿਆ ਔਰ ਦੇਸ਼ ਔਰ ਦੁਨੀਆ ਵਿੱਚ ਇਸ ਸੰਘਰਸ਼ ਦੀ ਗੂੰਜ ਆ। ਇਮਾਨਦਾਰੀ ਹਾਲੇ ਵੀ ਜਿੰਦਾ ਹੈ। ਪਟਿਆਲਾ ਦੇ ਵਿੱਚ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ, ਜਿੱਥੇ ਸੜਕ ਤੇ ਡਿੱਗੇ 50,000 ਰੁਪਏ ਵਾਪਿਸ ਕਰ ਦਿੱਤੇ ਗਏ ਨੇ। ਸੋ ਇਸ ਵਿਅਕਤੀ ਨੂੰ, ਜਿਸ ਨੂੰ ਇਹ 50,000 ਰੁਪਏ, ਉਸਨੇ ਇਹ 50,000 ਰੁਪਏ ਪੁਲਿਸ ਦੇ ਹਵਾਲੇ ਕੀਤੇ ਤੇ ਪੁਲਿਸ ਨੇ ਇਹ ਪੈਸੇ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ। ਕੈਪਟਨ ਨਾਂ ਦੇ ਇਸ ਵਿਅਕਤੀ ਦੀ ਬਹਾਦਰੀ ਦੀ ਮਿਸਾਲ ਦੀਆਂ ਗੱਲਾਂ ਹੋ ਰਹੀਆਂ ਨੇ। ਪੁਲਿਸ ਨੇ ਵੀ ਆਪਣਾ ਫਰਜ਼ ਨਿਭਾ ਕੇ 50,000 ਰੁਪਏ ਇਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ ਨੇ। ਦਿਨੇਸ਼ ਗੋਇਲ ਜੀ ਦੇ ਕੱਲ 50,000 ਰੁਪਏ ਡਿੱਗ ਪਏ ਸੀਗੇ ਬਾਜ਼ਾਰ 'ਚ, ਤੇ ਉਹਨਾਂ ਦੇ ਜਿਹੜੇ 50,000 ਸੀਗੇ ਕੈਪਟਨ ਸਾਹਿਬ ਨੂੰ ਮਿਲ ਗਏ, ਲੱਭ ਗਏ। ਤੇ ਇਹਨਾਂ ਨੇ ਕੰਟੈਕਟ ਕੀਤਾ ਪੁਲਿਸ ਨਾਲ, ਤੇ ਅਸੀਂ ਇਹਨਾਂ ਦੇ ਜਿਹੜੇ ਪੈਸੇ ਹੈ ਇਹਨਾਂ ਨੇ ਵਾਪਸ ਕਰਤੇ। ਉਹਨਾਂ ਦੇ ਗੋਇਲ ਸਾਹਿਬ ਜੀ ਜਿਹੜੇ ਲੱਭੇ ਸੀਗੇ। ਅੱਜ ਕੱਲ੍ਹ ਜਿਹੜੇ ਇਹੋ ਜਿਹੇ ਬੰਦੇ ਨੇ, ਇਮਾਨਦਾਰ ਬੰਦੇ ਬਹੁਤ ਘੱਟ ਨੇ, ਪਰ ਕੈਪਟਨ ਸਾਹਿਬ ਦਾ ਅਸੀਂ ਸਾਰੀ ਪੁਲਿਸ ਵੱਲੋਂ ਧੰਨਵਾਦ ਕਰਦੇ ਹਾਂ। ਮੇਰਾ ਨਾਮ ਕੈਪਟਨ ਅਮਰਜੀਤ ਸਿੰਘ ਹੈ। ਕੱਲ ਮੈਨੂੰ ਰਸਤੇ ਵਿੱਚੋਂ ਜਾਂਦੇ ਹੋਏ 50,000 ਰੁਪਏ ਇੱਕ ਬੰਦੇ ਦੇ ਗਿਰੇ, ਉਹ ਮੈਨੂੰ ਲੱਭੇ ਔਰ ਮੈਂ ਇਨਸਾਨੀਅਤ ਦੇ ਤੌਰ ਤੇ ਉਹ ਪੈਸੇ ਰਿਟਰਨ ਕਰਨ ਲਈ ਕੋਤਵਾਲੀ ਆ ਕੇ ਵਾਪਸ ਕਰ। ਕਿਹੜੀ ਜਗ੍ਹਾ ਤੋਂ ਭਾਜੀ? ਸਨੋਡੀ। ਕੀ ਲੱਗਦਾ ਜਿਵੇਂ ਕੋਈ ਹੋਰ ਹੁੰਦੇ ਜਾਂ ਤੁਸੀਂ ਕਿਵੇਂ ਤੁਸੀਂ ਪੈਸੇ ਵਾਪਸ ਕੀਤੇ? ਕਈ ਬੰਦੇ ਪੈਸੇ ਰੱਖਦੇ ਕਹਿੰਦੇ ਪੈਸੇ ਲੱਭੇ ਆ। ਨਹੀਂ, ਇੰਨੇ ਪੈਸਿਆਂ ਵਿੱਚ ਕੀ ਆਪਣਾ ਇਮਾਨ ਗਵਾਉਣਾ ਹੁੰਦਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਲੋਕਾਂ ਨੂੰ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ, ਜੇ ਕੋਈ ਤੁਹਾਡੇ ਸਾਹਮਣੇ ਕਿਸੇ ਦੀ ਚੀਜ਼ ਗਿਰ ਰਹੀ ਹੈ ਤਾਂ ਉਹਨੂੰ ਦਿਓ। ਦਿੱਲੀ ਦੇ ਟਿਕਰੀ ਬਾਰਡਰ ਤੇ 18 ਸਾਲ ਦੇ ਇੱਕ ਹੋਰ ਕਿਸਾਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਕਿਸਾਨ ਨੌਜਵਾਨ ਜਸ਼ਨਪ੍ਰੀਤ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਬਠਿੰਡਾ ਦਾ ਵਾਸੀ ਦੱਸਿਆ ਜਾ ਰਿਹਾ ਹੈ। ਸੋ ਇਸ ਕਿਸਾਨ ਅੰਦੋਲਨ ਦੇ ਦੌਰਾਨ ਲਗਾਤਾਰ ਕਿਸਾਨਾਂ ਦੇ ਅਕਾਲ ਚਲਾਣੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਲਗਾਤਾਰ ਕਿਸਾਨ ਵੀ ਇਸ ਕੜਕਦੀ ਸਰਦੀ ਦੇ ਬਾਵਜੂਦ ਅੰਦੋਲਨ ਦੇ ਵਿੱਚ ਡਟੇ ਹੋਏ ਨੇ। ਸੋ ਲਗਾਤਾਰ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਗੱਲ ਨੂੰ ਦਰਸਾਉਂਦੀਆਂ ਨੇ ਕਿ ਦਿੱਲੀ ਦੇ ਵਿੱਚ ਰਾਤ ਦੇ ਸਮੇਂ ਕਾਫੀ ਠੰਡ ਪੈ ਰਹੀ ਹੈ। ਸੋ ਕਿਤੇ ਨਾ ਕਿਤੇ ਠੰਡ ਲੱਗਣ ਕਾਰਨ ਵੀ ਇਹ ਮੌਤਾਂ ਸਾਹਮਣੇ ਆ ਰਹੀਆਂ ਨੇ। ਸੋ ਇਹ ਨੌਜਵਾਨ ਜੋ ਸਿਰਫ ਮਹਿਜ਼ 18 ਸਾਲ ਦਾ ਕਿਸਾਨ ਨੌਜਵਾਨ ਸੀ, ਉਸ ਦੀ ਵੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਸੋ ਬਠਿੰਡਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਨੌਜਵਾਨ ਕਿਸਾਨ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਹੋਈ ਹੈ। ਸੋ ਲਗਾਤਾਰ ਕਿਸਾਨ ਨੌਜਵਾਨ
ਮੌਤ ਦਾ ਸ਼ਿਕਾਰ ਹੋ ਰਹੇ ਨੇ। ਹਾਲਾਂਕਿ ਕਈ ਬਜ਼ੁਰਗ ਕਿਸਾਨ ਵੀ ਮੌਤ ਦਾ ਸ਼ਿਕਾਰ ਹੋਏ ਨੇ। ਇਹ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਸ਼ਨਪ੍ਰੀਤ ਇਸ ਦਾ ਨਾਮ ਹੈ, ਬਠਿੰਡਾ ਤੋਂ ਇਹ ਦੱਸੇ ਜਾ ਰਹੇ ਨੇ ਸੰਬੰਧਿਤ ਇਹ ਨੌਜਵਾਨ। ਸੋ ਗੱਲਬਾਤ ਕਰਦੇ ਹਾਂ, ਸਾਡੇ ਪੱਤਰਕਾਰ ਧਰਮਚੰਦਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਾਂਗੇ ਕਿ ਕੀ ਹੈ ਪੂਰਾ ਮਾਮਲਾ। ਧਰਮਚੰਦਰ, ਇਹ ਨੌਜਵਾਨ ਦੀ ਜੋ ਮੌਤ ਹੋਈ ਹੈ ਮਹਿਜ਼ 18 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ, ਕੀ ਕਾਰਨ ਹੈ, ਕਿਸ ਵਜ੍ਹਾ ਕਰਕੇ ਮੌਤ ਹੋਈ ਹੈ? ਦੇਖੋ ਬਿਲਕੁਲ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਦਾ ਰਹਿਣ ਵਾਲਾ ਹੈਗਾ ਨੌਜਵਾਨ, 18 ਸਾਲ ਉਮਰ ਹੈ ਇਸਦੀ ਔਰ ਜਸ਼ਨਪ੍ਰੀਤ ਇਸ ਦਾ ਨਾਮ ਹੈ। ਔਰ ਇਹ ਹਲੇ ਉਸੇ ਦਿਨ ਹੀ ਜਿਹੜਾ ਪਹਿਲੇ ਦਿਨ ਹੀ ਜਿਹੜਾ ਟਿਕਰੀ ਬਾਰਡਰ ਗਿਆ ਸੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਦੀ। ਕਿਸਾਨ ਦਾ ਪੁੱਤਰ ਹੈ ਜੀ ਤੇ ਕੁਦਰਤੀ ਹੈ, ਦਰਦ ਸਭ ਨੂੰ ਹੈ ਤੇ ਇਸ ਕਰਕੇ ਜਿਵੇਂ ਹੀ ਉੱਥੇ ਗਿਆ ਉਸ ਤੋਂ ਕੁਝ ਦੇਰ ਬਾਅਦ ਹੀ ਇਸ ਦੀ ਮੌਤ ਹੋ ਗਈ। ਅਚਾਨਕ ਹੋਈ ਵੀ, ਮਤਲਬ ਕੁਝ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਕਿਹਾ ਜਾ ਰਿਹਾ ਹਾਰਟ ਅਟੈਕ ਜਾਂ ਇਸ ਦੀ ਹਲੇ ਪੂਰੀ ਜਾਂਚ ਹੋ ਰਹੀ ਹੈ ਕਿਸ ਤਰ੍ਹਾਂ ਮੌਤ ਹੋਈ ਹੈ। ਡੈਡ ਬੋਡੀ ਵਾਪਸ ਲਿਆਂਦੀ ਜਾ ਰਹੀ ਹੈ ਪਿੰਡ ਚੌਕੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਪਰ ਸਰਕਾਰ ਜਿਹੜੀ ਹੈ ਉਹ ਅਹਿਲਤਾ ਵਾਲੀ ਜਿਹੜੀ ਨੀਤੀ ਅਪਣਾਈ ਹੋਈ ਹੈ ਜੀ। ਔਰ ਇਹੀ ਸਭ ਤੋਂ ਮੰਦਭਾਗਾ ਪਹਿਲੂ ਹੈ ਇਸ ਅੰਦੋਲਨ ਦਾ। ਜਿੱਥੇ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਆਜ਼ਾਦ ਭਾਰਤ ਦਾ ਇਹ ਸਾਬਤ ਹੋ ਰਿਹਾ, ਉੱਥੇ ਸਰਕਾਰਾਂ ਦੀ ਅਹਿਲਤਾ ਵੀ ਇੱਕ ਇਤਿਹਾਸਕ ਸਾਬਤ ਹੋ ਰਹੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਲਈ। ਸੋ ਧਰਮਚੰਦਰ ਸਾਡੇ ਪੱਤਰਕਾਰ ਇਸ ਖਬਰ ਬਾਰੇ ਜਾਣਕਾਰੀ ਦੇ ਰਹੇ ਸਨ। ਬੇहद ਮੰਦਭਾਗੀ ਘਟਨਾ ਘਟੀ ਹੈ, ਨੌਜਵਾਨ ਕਿਸਾਨਾਂ ਦੀਆਂ ਵੀ ਮੌਤਾਂ ਸਾਹਮਣੇ ਆ ਰਹੀਆਂ ਨੇ ਇਸ ਅੰਦੋਲਨ ਦੇ ਦੌਰਾਨ। ਸੋ ਤਾਜ਼ਾ ਖਬਰ, ਜਸ਼ਨਪ੍ਰੀਤ ਨਾਂ ਦਾ ਬਠਿੰਡਾ ਤੋਂ ਸੰਬੰਧਿਤ ਨੌਜਵਾਨ ਸੀ ਜਿਸ ਦੀ ਮਹਿਜ਼ 18 ਸਾਲ ਦੀ ਉਮਰ ਦੇ ਵਿੱਚ ਦਿੱਲੀ ਵਿੱਚ ਕਿਸਾਨੀ ਸੰਘਰਸ਼ ਦੌਰਾਨ ਮੌਤ ਹੋ ਗਈ। ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਬਾਲ ਮੁਕੰਦ ਸ਼ਰਮਾ ਦਾ ਵੀ ਦੇਹਾਂਤ ਹੋ ਗਿਆ। ਉਹਨਾਂ ਦੀ 90 ਸਾਲ ਦੀ ਉਮਰ ਸੀ। ਬਾਲ ਮੁਕੰਦ ਸ਼ਰਮਾ ਨੇ ਆਪਣੇ ਆਖਰੀ ਸਾਹ ਚੰਡੀਗੜ੍ਹ ਦੇ PGI ਦੇ ਵਿੱਚ ਲਏ। 4 ਜਨਵਰੀ ਤੱਕ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਫਿਰੋਜ਼ਪੁਰ ਵਿਖੇ ਹੀ ਰੱਖੀ ਜਾਵੇਗੀ। ਉਹਨਾਂ ਦੇ ਨਿਵਾਸ ਸਥਾਨ ਤੇ ਹੀ ਰੱਖੀ ਜਾਵੇਗੀ। ਫਿਰੋਜ਼ਪੁਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੋ ਸਿਆਸੀ ਹਲਕਿਆਂ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਸੋਗ ਦਾ ਮਾਹੌਲ ਹੈ। ਵੱਡੇ ਵੱਡੇ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਨੂੰ ਗਲਤ ਕਿਹਾ ਹੈ। MP ਬਿੱਟੂ ਦੇ ਬਿਆਨ ਨੂੰ ਵੀ ਉਹਨਾਂ ਨੇ ਗਲਤ ਦੱਸਿਆ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ। ਉਹਨਾਂ ਨੇ ਬਿੱਟੂ ਦੇ ਬਿਆਨ ਦਾ ਜੰਮ ਕੇ ਵਿਰੋਧ ਕੀਤਾ ਹੈ। ਕਿਸਾਨਾਂ ਦੇ ਲਈ ਜੇਲ੍ਹ ਜਾਣ ਦੇ ਲਈ ਵੀ ਤਿਆਰ ਹਾਂ, ਅਜਿਹਾ ਉਹਨਾਂ ਨੇ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ BJP ਨੂੰ ਦੇਸ਼ ਦੀ ਚਿੰਤਾ ਨਹੀਂ ਹੈ, ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨੇ ਦੇਣੇ ਠੀਕ ਨਹੀਂ ਹੈ, ਅਜਿਹਾ ਵੀ ਉਹਨਾਂ ਨੇ ਕਿਹਾ ਹੈ। ਸੋ ਲਗਾਤਾਰ BJP ਦੇ ਆਗੂਆਂ ਦੇ ਘਰਾਂ ਦੇ ਅੱਗੇ ਧਰਨੇ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਵੀ ਬਿਆਨ ਇਸ ਮੁੱਦੇ ਦੇ ਉੱਪਰ ਦਿੱਤੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਾਂਗਰਸੀ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਉੱਪਰ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤੀਕਸ਼ਣ ਸੂਦ ਜੋ ਕਿ BJP ਦੇ ਆਗੂ ਨੇ, ਹੁਸ਼ਿਆਰਪੁਰ ਵਿਖੇ ਉਹਨਾਂ ਦੇ ਘਰ ਅੱਗੇ ਕਿਸਾਨਾਂ ਨੇ ਰੋਸ ਵਿੱਚ ਆ ਕੇ ਗੋਬਰ ਦੀ ਜੋ ਟਰਾਲੀ ਹੈ ਉਹ ਢੇਰੀ ਕਰ ਦਿੱਤੀ ਸੀ। ਉਸ ਤੋਂ ਬਾਅਦ BJP ਵੱਲੋਂ ਲਗਾਤਾਰ ਕਾਂਗਰਸ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਾਂਗਰਸੀ ਆਗੂਆਂ ਵੱਲੋਂ ਵੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਸੋ ਇਸ ਨੂੰ ਲੈ ਕੇ ਬਿੱਟੂ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਬਿਆਨ ਦਾ ਵੀ ਹੁਣ ਵਿਰੋਧ ਕੀਤਾ ਜਾ ਰਿਹਾ ਹੈ। ਇਹ ਤਰੀਕਾ ਜਿਹੜਾ ਕਿਸਾਨਾਂ ਦਾ ਗਲਤ ਹੈ। ਪ੍ਰੋਟੈਸਟ ਕਰਨਾ ਹੋਰ ਗੱਲ ਹੈ, ਵਾਜਬ ਹੈ, ਪਰ ਕਿਸੇ ਦੇ ਘਰ ਕੇ ਗੋਇਆ ਸੁੱਟਣਾ, ਗੰਦ ਪਾਉਣਾ ਮੈਂ ਨਹੀਂ ਮੰਨਦਾ। ਰਵਨੀਤ ਬਿੱਟੂ ਜੋ ਕਾਂਗਰਸ ਦੇ MP ਨੇ, ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਕਿ ਕਿਸਾਨਾਂ ਲਈ ਲਾਸ਼ਾਂ ਦੇ ਢੇਰ ਵਿਛਾ ਦਿੱਤੇ ਜਾਣਗੇ। ਮੈਨੂੰ ਨਹੀਂ ਪਤਾ ਕਿ ਸੋਚ ਉਹਨਾਂ ਨੇ ਦਿੱਤਾ, ਪਰ ਮੈਂ ਉਸ ਬਿਆਨ ਨੂੰ ਵੀ ਗਲਤ ਸਮਝਦਾ। ਮੈਨੂੰ ਨਹੀਂ ਪਤਾ ਕਿ ਸੋਚ ਉਹਨਾਂ ਨੇ ਦਿੱਤਾ, ਪਰ ਮੈਂ ਉਸ ਬਿਆਨ ਨੂੰ ਵੀ ਗਲਤ ਸਮਝਦਾ। ਤੇ ਹੁਣ ਜਿਹਨੇ FIR ਦਰਜ ਕਰਾਈ ਆ, ਕੱਲ ਉਹ ਬੜਾ ਮੀਡੀਆ ਤੇ ਬਿਆਨ ਦੇ ਰਹੇ ਸੀ ਵੱਡੇ ਮੈਂ ਸੁਣੇ ਆ। ਤੇ ਹੁਣ ਭਾਈ ਸਾਹਿਬ ਤੁਸੀਂ ਪੰਜਾਬ ਦੇ BJP ਦੇ ਕਹਿਣ ਤੇ ਇਸ਼ਾਰਿਆਂ ਤੇ ਜਿਨ੍ਹਾਂ ਦੀ FIR ਕਰਾਈ ਆ ਵੀ ਕਿਸਾਨਾਂ ਨੂੰ ਡੀਮੋਰਲਾਈਜ਼ ਕਰਨ ਲਈ, ਵੀ ਜੇ ਅਸੀਂ ਇੱਕ ਮੈਂਬਰ ਪਾਰਲੀਮੈਂਟ ਤੇ ਨਾਲ ਤੁਸੀਂ ਨਾਂ ਖਾਲੀ ਰੱਖਿਆ ਦੂਜੇ MPਆਂ ਦੇ MLA ਦੇ ਭਰਨ ਲਈ, ਤੇ ਸ਼ਾਇਦ ਬੜਾ ਵੱਡਾ ਅਸੀਂ 4 ਦੀ ਮੀਟਿੰਗ ਤੋਂ ਪਹਿਲਾਂ ਇਹ ਪ੍ਰੈਸ਼ਰ ਬਿਲਡ ਕਰਾਂਗੇ। ਤੇ ਅਸੀਂ ਤਾਂ ਬੈਠੇ ਆ, ਲੈ ਜਾਓ ਸਾਨੂੰ ਜੇਲ੍ਹ 'ਚ, ਵਧੀਆ ਜੇਲ੍ਹ ਦੀਆਂ ਰੋਟੀਆਂ ਮਿਲਣਗੀਆਂ। ਤੇ ਫੇਰ ਕੀ ਹੋ ਜੂ, ਜਿੱਦਣ ਬੇਲ ਹੋਊਗੀ ਬਾਹਰ ਆਵਾਂਗੇ
ਫਿਰ ਉਰੇ ਆ ਕੇ ਬਹਿ ਜਾਾਂਗੇ। ਤੇ ਸਾਥੀ ਬੈਠੇ ਆ ਉਰੇ। ਅੱਜ ਜੇ ਤੁਸੀਂ ਨਾ ਆਏ ਸਾਰਾ ਦਿਨ ਤੁਹਾਨੂੰ ਉਡੀਕਾਂਗੇ। ਨਹੀਂ ਆਪ ਜਾ ਕੇ ਪੁਲਿਸ ਸਟੇਸ਼ਨ ਤੇ ਤੁਸੀਂ ਵੀ ਆ ਜਿਓ, FIR ਦਰਜ ਕਰਾਉਣ ਵਾਲੇ ਹੋ। ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਇੱਕ ਕਿਸਾਨ ਵੱਲੋਂ ਲਗਾਏ ਗਏ ਲੰਗਰ ਤੋਂ ਬਾਅਦ ਕਿਸਾਨ ਚਰਚਾ 'ਚ ਆਏ ਨੇ ਤੇ ਇਸ ਤੋਂ ਬਾਅਦ 51 ਲੱਖ ਰੁਪਏ ਦੀ ਸਰਸਵਤੀ ਮੱਝ ਬਾਰੇ ਵੀ ਪੜਤਾਲ ਕੀਤੀ ਗਈ ਹੈ। ਮਾਮਲਾ ਕੁਝ ਹੋਰ ਹੀ ਨਿਕਲਿਆ ਹੈ। ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ। ਦਿੱਲੀ ਬਾਰਡਰਾਂ ਤੇ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਕਿਸਾਨਾਂ ਦੀ ਸੇਵਾ ਕਰਨ ਦੇ ਵਿੱਚ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਯੋਗਦਾਨ ਪਾਉਂਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਸਰਸਵਤੀ ਮੱਝ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਹਰਿਆਣਾ ਦੇ ਪਿੰਡ ਲਤਾਲੀ ਦੇ ਮਸ਼ਹੂਰ ਵਪਾਰੀ ਸੁਖਬੀਰ ਢਾਂਡਾ ਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਲਈ ਰਾਸ਼ਨ ਪਾਣੀ ਦੀ ਸੇਵਾ ਕਰਨ ਲਈ ਸੁਖਬੀਰ ਢਾਂਡਾ ਨੇ ਆਪਣੀ ਸਰਸਵਤੀ ਮੱਝ ਨੂੰ ਪੰਜਾਬ ਦੇ ਇੱਕ ਕਿਸਾਨ ਨੂੰ ਕੁੱਲ ਦਿੱਲੀ ਬਾਰਡਰਾਂ ਤੇ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਕਿਸਾਨਾਂ ਦੀ ਸੇਵਾ ਕਰਨ ਦੇ ਵਿੱਚ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਯੋਗਦਾਨ ਪਾਉਂਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਸਰਸਵਤੀ ਮੱਝ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਹਰਿਆਣਾ ਦੇ ਪਿੰਡ ਲਤਾਲੀ ਦੇ ਮਸ਼ਹੂਰ ਵਪਾਰੀ ਸੁਖਬੀਰ ਢਾਂਡਾ ਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਲਈ ਰਾਸ਼ਨ ਪਾਣੀ ਦੀ ਸੇਵਾ ਕਰਨ ਲਈ ਸੁਖਬੀਰ ਢਾਂਡਾ ਨੇ ਆਪਣੀ ਸਰਸਵਤੀ ਮੱਝ ਨੂੰ ਪੰਜਾਬ ਦੇ ਇੱਕ ਕਿਸਾਨ ਨੂੰ ਕੁੱਲ 51 ਲੱਖ ਵਿੱਚ ਵੇਚ ਦਿੱਤਾ ਹੈ। ਇਹ ਖਬਰ ਪੂਰੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਪਰ ਜਦੋਂ ਇਸ ਮੱਝ ਦੇ ਮਾਛੀਵਾੜਾ ਦੇ ਖਰੀਦਦਾਰ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਉਧਰ ਮੱਝ ਦੇ ਖਰੀਦਦਾਰ ਪਿੰਡ ਰਸੂਲ ਦੇ ਵਾਸੀ ਕਿਸਾਨ ਪਵਿੱਤਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਸਰਸਵਤੀ ਨਾਮ ਦੀ ਮੱਝ ਹਿਸਾਰ ਦੇ ਵਪਾਰੀ ਸੁਖਬੀਰ ਢਾਂਡਾ ਤੋਂ ਖਰੀਦੀ ਸੀ, ਪਰ ਇਸ ਦੇ ਬਦਲੇ ਵਿੱਚ ਉਸਨੇ 7 ਮੱਝਾਂ ਅਤੇ 2.5 ਲੱਖ ਰੁਪਏ ਨਕਦ ਸੁਖਬੀਰ ਢਾਂਡਾ ਨੂੰ ਅਦਾ ਵੀ ਕੀਤੇ ਨੇ, ਜਦਕਿ 51 ਲੱਖ ਦਾ ਕੋਈ ਲੈਣ ਦੇਣ ਨਹੀਂ ਹੋਇਆ। ਕਿਸਾਨ ਨੇ ਕਿਹਾ ਹੈ ਕਿ ਹਰ ਕੋਈ ਕਿਸਾਨੀ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਉਹ ਵੀ ਕਿਸਾਨਾਂ ਦੀ ਸੇਵਾ ਕਰਕੇ ਘਰ ਵਾਪਸ ਪਰਤੇ ਨੇ। ਦੱਸ ਦਈਏ ਕਿ ਇਸ ਮੱਝ ਦੇ ਨਾਮ ਤੇ ਸਭ ਤੋਂ ਜ਼ਿਆਦਾ ਦੁੱਧ ਦੇਣ ਦਾ ਵਿਸ਼ਵ ਰਿਕਾਰਡ ਸੀ, ਜੋ ਕਿ ਹੁਣ ਪਾਕਿस्तान ਦੀ ਇੱਕ ਮੱਝ ਦੇ ਨਾਮ है। गांव लतानी जिसे खरीदी है उसका नाम सुखबीर डांडा है। खरीदने का मकसद ये था भी जो हमारा व्यापार का काम चलता था पहले भी उसके साथ हम भैंस लेते थे देते थे। जब हमारा भैंस का सौदा हुआ तो हमने 6-7 भैंसें उसको दी। बीच जो वादा काटा था उसने उसी के बीच एडजस्टमेंट करके उसने अपना रेट मुनाफा हुआ कुछ हुआ उसने 51 लाख बना लिया, मेरे को 51 लाख बच गया। ठीक है, इसीलिए उसने इसका रेट 51 लाख रख दिया। बात ये है जी, ये जो आप कह रहे हैं कि ये वर्ल्ड रिकॉर्ड के लिए तैयार की जा रही है ये भैंस सरस्वती, उसके बारे में बताइए क्या वर्ल्ड रिकॉर्ड क्या है, इसका कितना दूध देती है, इसका वर्ल्ड रिकॉर्ड क्या है? हाँ, पिछले साल वर्ल्ड रिकॉर्ड इसका था, पिछले साल इसका दूध था 33 किलो 131 ग्राम जी। अभी 5 महीने पहले पाकिस्तान की भैंस है उसने दूध दिया है 33 किलो 856 ग्राम। वैसे अपने इधर चवाई करते हैं तो 3 डंग का दूध निकालते हैं, उसके बाद उसको कैलकुलेटर करके फिर उसका हिसाब निकालते हैं। 51 ਲੱਖ ਦੀ ਹੋ ਗਈ, ਮੱਝ ਵਿਕ ਗਈ, ਬੜਾ ਉਦੋਂ ਵੀ ਰੌਲਾ ਪਿਆ, ਸਾਨੂੰ ਬੜੇ ਸਵਾਲ ਜਵਾਬ ਹੋਏ। ਇਹਦੇ ਵਿੱਚ ਆਪਾਂ ਉਹਨਾਂ ਨੂੰ 7 ਮੱਝਾਂ ਸੇਲ ਦਿੱਤੀਆਂ ਕਰੀਆਂ ਸੀਗੀਆਂ। ਅੱਛਾ ਜੀ। ਤੇ ਉੱਥੋਂ 8-10 ਆ ਗਈਆਂ, 5-7 ਚਲੀਆਂ ਗਈਆਂ, 4-5 ਆ ਗਈਆਂ, 2 ਚਲੀਆਂ ਗਈਆਂ, ਫਿਰ ਆ ਗਈਆਂ, ਫਿਰ ਚਲੀਆਂ ਗਈਆਂ। ਉਹਦੇ ਵਿੱਚ ਉਹਨਾਂ ਨੂੰ ਮੁਨਾਫਾ ਹੋ ਗਿਆ। ਠੀਕ ਹੈ ਜੀ। ਤੇ ਉਹਨਾਂ ਨੇ ਆਪਦਾ ਮੁਨਾਫਾ ਗਿਣ ਕੇ ਇਹ ਕਹਿ ਲਿਆ ਵੀ 51 ਲੱਖ ਦੀ ਮੱਝ ਸਰਸਵਤੀ ਵਿਕ ਗਈ। ਠੀਕ ਹੈ, ਠੀਕ ਆ ਜੀ। ਚਲੋ ਆਪਾਂ ਤਾਂ ਕਹਿੰਦੇ ਆ ਇਹ ਹੋਰ ਵੀ ਉਹਨਾਂ ਨੂੰ ਮੁਨਾਫਾ ਕਰਦੀ, 70 ਦੀ ਵਿਕਦੀ, 80 ਦੀ ਵਿਕਦੀ। ਇਹਦੇ ਵਿੱਚ 7-8 ਮੱਝਾਂ ਦਾ ਮਸਲਾ ਸੀਗਾ ਜੀ, ਉਹ ਕਾਫੀ ਵਿਕੀਆਂ। ਬਾਕੀ ਜਿਹੜੀਆਂ ਮੱਝਾਂ ਬਟਾਲੇ ਸ਼ੋਅ 'ਚ ਆਪਣੀਆਂ ਜਿੱਤੀਆਂ ਉਹ ਵੀ ਉਹਦੀ ਮਿਹਰਬਾਨੀ ਨਾਲ ਹੀ ਉੱਥੋਂ ਹੀ ਆਈਆਂ, ਉਹਨਾਂ ਨੇ ਆਪਾਂ ਨੂੰ ਭੇਜੀਆਂ, ਉੱਥੋਂ ਹੀ ਉਹ ਵਿਨਰ ਹੋਈਆਂ। ਰਿਕਾਰਡ ਹੋਲਡਰ ਆ ਜੀ ਆਪਣੀ 27 ਕਿਲੋ 200 ਗ੍ਰਾਮ ਨਾਲ ਬਟਾਲੇ। ਇਹ ਸਾਰੇ ਭਾਈਆਂ ਦਾ ਸਹਿਯੋਗ ਆ ਜੀ, ਕੋਈ ਐ ਨਾ ਸਮਝੋ 51 ਲੱਖ ਮੱਝ ਵਾਲੇ ਉਹ ਤੇ ਲੰਗਰ ਤੇ ਲਾ ਰਿਹਾ। ਇਸ ਮੱਝ ਦੇ ਨਾਲ ਜੁੜੀ 51 ਲੱਖ ਵਾਲੀ ਖਬਰ ਤਾਂ ਗਲਤ ਨਿਕਲੀ, ਪਰ ਕਿਸਾਨੀ ਅੰਦੋਲਨ ਦੇ ਨਾਲ ਇਸ ਮੱਝ ਨੇ ਵੀ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰੀਆਂ ਨੇ। ਮਾਛੀਵਾੜਾ ਤੋਂ ਅਨੁਰਾਗ ਸੰਦਲ ਦੀ ਰਿਪੋਰਟ, ਲੁਧਿਆਣਾ ਖਬਰਨਾਮਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਹੈਡਲਾਈਨਸ ਤੇ। ਭਲਕੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ, ਹੱਲ ਨਾ ਨਿਕਲਣ ਤੇ ਕਿਸਾਨ 6 ਮਾਰਚ ਨੂੰ ਕਰਨਗੇ ਟਰੈਕਟਰ ਮਾਰਚ। ਠੰਡ 'ਚ ਵੀ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਕਿਸਾਨ।
ਇੱਕ ਹੋਰ ਕਿਸਾਨ ਚੜਿਆ ਕਿਸਾਨ ਅੰਦੋਲਨ ਦੀ ਪੇਂਟ। ਟਿਕਰੀ ਬਾਰਡਰ ਤੇ 18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਮ੍ਰਿਤਕ ਨੌਜਵਾਨ ਬਠਿੰਡਾ ਦਾ ਸੀ ਵਾਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵਿਚਾਲੇ ਵਧੀ ਤਲਖੀ। ਮੁੱਖ ਮੰਤਰੀ ਕੈਪਟਨ ਨੇ ਰਾਜਪਾਲ ਨੂੰ ਕਿਹਾ, ਜੇਕਰ ਅਮਨ ਸ਼ਾਂਤੀ ਲਈ ਕੋਈ ਚਾਹੀਦਾ ਸਪਸ਼ਟੀਕਰਨ ਤਾਂ ਮੇਰੇ ਨਾਲ ਕਰੋ ਗੱਲ। नब्बे साला साबका कैबिनेट मंत्री ते कांग्रेसी आगू बाल मुकंद शर्मा का देहांत। पीजीआई च दाखल सन बाल मुकंद शर्मा। 4 जनवरी तक निवास स्थान ते कीते जा सकणगे अंतिम दर्शन। फिरोजपुर दे विच कीता जावेगा अंतिम संस्कार। खबरां दे इस बुलेटिन विच फिलहाल इन्ना ही। मैनूं दिओ इजाजत। धन्नवाद।